ਲੌਕਡਾਊਨ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਨੂੰ ਬਚਾਉਣਾ ਹੈ ਤਾਂ ਚੁੱਕਣੇ ਪੈਣਗੇ ਇਹ ਜ਼ਰੂਰੀ ਕਦਮ। ਅਨਐਕਸਪੀਰੀਅੰਸਡ ਮੰਤਰੀਆਂ ਅਤੇ ਬਿਊਰੋਕਰੇਟਸ ਦੀ ਕੀ ਲੋੜ ਹੈ ਪੰਜਾਬ ਨੂੰ? ਵੱਡੀਆਂ ਕੰਪਨੀਆਂ ਨੂੰ ਕਰੋੜਾਂ ਰੁਪਏ ਦੇ ਕੇ ਤਿਆਰ ਕਰਵਾਈਆਂ ਰਿਪੋਰਟਾਂ ਸ਼ਾਨਦਾਰ ਦਿਖਣ ਨੂੰ ਤਾਂ ਹੋ ਸਕਦੀਆਂ ਹਨ, ਪਰ ਲਾਗੂ ਨਹੀਂ ਹੁੰਦੀਆਂ। ਵੇਖੋ ਉਦਯੋਗਪਤੀ ਅਤੇ ਅਰਥ ਸ਼ਾਸਤਰੀ ਜਗਜੀਤ ਸਿੰਘ ਨਾਲ ਇਹ ਵਿਸ਼ੇਸ਼ ਗੱਲਬਾਤ। ਅੱਜ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਜੀ ਨੇ, ਜਿਹੜੇ ਪਹਿਲਾਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਹਿ ਚੁੱਕੇ ਨੇ, ਜਿਹੜੀ MSME ਦੀ CII ਦੀ ਕਮੇਟੀ ਸੀ ਉਹਦੇ ਇਹ ਚੇਅਰਮੈਨ ਰਹਿ ਚੁੱਕੇ ਨੇ। ਪੰਜਾਬ ਦੇ ਵਿੱਚ ਇਹਨਾਂ ਦੇ ਕਈ ਪ੍ਰੋਜੈਕਟਸ ਰਹੇ ਨੇ। ਪੰਜਾਬ ਦੀ ਇਕਨੋਮੀ ਵਾਸਤੇ ਇਹਨਾਂ ਨੇ ਬਹੁਤ ਬਿਹਤਰ ਕੰਮ ਕੀਤਾ ਤੇ ਇਕਨੋਮੀ ਬਾਰੇ ਬਹੁਤ ਕੁਝ ਜਾਣਦੇ ਨੇ। ਜਗਜੀਤ ਜੀ, ਸਾਨੂੰ ਇਹ ਦੱਸੋ ਕਿ ਜੋ ਅੱਜ ਦੀ ਡੇਟ ਦੇ ਵਿੱਚ ਕੋਵਿਡ ਮਹਾਮਾਰੀ ਕਰਕੇ ਜੋ ਅਸੀਂ ਲੈਕ ਕਰ ਰਹੇ ਹਾਂ, ਪੰਜਾਬ ਦੀ ਇਕਨੋਮੀ ਸ਼ੈਟਰ ਹੋ ਗਈ ਹੈ, ਇਹਨੂੰ ਅਸੀਂ ਰਿਵਾਈਵ ਕਰਨ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰ ਸਕਦੇ? ਕੀ ਸਟੈਪ ਹੈ? ਬਹੁਤ ਇੰਪੋਰਟੈਂਟ ਹੈਗਾ ਅਸੀਂ ਪਹਿਲੇ ਇਸ ਗੱਲ ਨੂੰ ਸਮਝੀਏ ਕਿ ਅਸੀਂ ਇਸ ਕੋਵਿਡ ਦੇ ਦੌਰਾਨ ਕੀ ਖੋਇਆ ਤੇ ਕੀ ਪਾਇਆ। ਇਹ ਸਾਡੇ ਬਹੁਤ ਨੁਕਸਾਨ ਹੋਏ, ਇੰਡੀਵਿਜੂਅਲ ਲੈਵਲ ਦੇ ਉੱਤੇ ਬਹੁਤ ਨੁਕਸਾਨ ਹੋਏ। ਅਸੀਂ ਘਰਾਂ ਵਿੱਚ ਆ ਕੇ ਬਹਿ ਗਏ ਔਰ ਆਪਣੇ ਕੰਮ ਕਾਜ ਤੋਂ ਥੋੜਾ ਦੂਰ ਰਹੇ। 30-40 ਦਿਨ ਸਾਨੂੰ ਹੋ ਗਏ ਤਪੱਸਿਆ ਕਰਦੇ ਹੋਏ। ਇਹ ਸਾਡਾ ਨੁਕਸਾਨ ਹੈ ਕਿਉਂਕਿ ਅਸੀਂ ਕੰਮ ਕਾਜ ਤੋਂ ਦੂਰ ਰਹੇ। ਲੇਕਿਨ ਅਗਰ ਇਹਦਾ ਦੂਜੀ ਤਰਫ ਦੇਖੀਏ, ਜੋ ਨੇਚਰ ਨੂੰ ਰਿਵਾਈਵ ਕਰਨ ਦਾ ਮੌਕਾ ਮਿਲਿਆ, ਮੇਰੇ ਖਿਆਲ ਹੈ ਅਸੀਂ ਅਗਰ ਇਸ ਤੋਂ ਸਿੱਖ ਲਈਏ ਤਾਂ ਸਾਨੂੰ ਹਰ ਸਾਲ ਪੂਰੇ ਗਲੋਬ ਨੂੰ 15 ਦਿਨਾਂ ਲਈ ਇੱਕ ਲਾਕਡਾਊਨ ਕਰ ਹੀ ਦੇਣਾ ਚਾਹੀਦਾ ਹੈ, ਸੋ ਦੈਟ ਨੇਚਰ ਆਪਣੇ ਆਪ ਨੂੰ ਰਿਵਾਈਵ ਕਰ ਸਕੇ। ਮੈਨੂੰ ਨਹੀਂ ਲੱਗਦਾ ਅਸੀਂ ਬਿਲੀਅਨਸ ਆਫ ਡਾਲਰ ਸਪੈਂਡ ਕਰਕੇ ਵੀ ਨੇਚਰ ਨੂੰ ਇੰਨਾ ਕੁ ਰਿਵਾਈਵ ਕਰ ਸਕਦੇ ਸੀਗੇ। ਅੱਜ ਬੁੱਢਾ ਨਾਲਾ ਜਵਾਨ ਹੋ ਗਿਆ। ਤੁਸੀਂ 에ਅਰ ਪੋਲੂਸ਼ਨ ਦੇਖੀਏ ਤਾਂ ਉਹ ਇੰਨਾ ਕਲੀਨ ਹੈ, ਔਰ ਬਾਹਰ ਨਿਕਲੋ ਤਾਂ ਰੌਣਕਾਂ ਹੀ ਰੌਣਕਾਂ ਨੇ। ਯੂ ਨੋ ਦ ਕਾਈਂਡ ਆਫ ਵੈਦਰ ਇਟ ਇਜ਼ ਦੇਅਰ। ਸੋ ਅਸੀਂ ਅਗਰ ਇਹਨੂੰ ਪੋਜ਼ਿਟਿਵ ਸਾਈਡ ਤੇ ਦੇਖੀਏ ਤੇ ਅਸੀਂ ਬਹੁਤ ਕੁਝ ਕਮਾਇਆ ਹੈ, ਗਵਾਇਆ ਬਹੁਤ ਥੋੜਾ ਹੀ ਹੈ। ਸਿਰਫ ਆਪਾਂ ਵੀ ਆਰ ਬੋਰਨ ਐਂਟਰਪ੍ਰੀਨਿਓਰਸ ਤੇ ਅਸੀਂ ਰਿਕਵਰ ਕਰਨ 'ਚ 2 ਮਿੰਟ ਲਾਵਾਂਗੇ। ਬਟ ਇਹ ਜਿਹੜਾ ਨੇਚਰ ਦਾ ਰਿਵਾਈਵਲ ਹੈ, ਇਹ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਕਿ ਅਸੀਂ ਹੁਣ ਇੰਨੇ ਪ੍ਰੋਟੈਕਟਿਵ ਹੋ ਜਾਈਏ ਕਿ ਅੱਗੇ ਤੋਂ ਨੇਚਰ ਦਾ ਪੂਰਾ ਧਿਆਨ ਰੱਖਣਾ ਹੈ। ਸਾਨੂੰ ਰੱਬ ਜ਼ਬਰਦਸਤੀ ਘਰ ਨਾ ਬਿਠਾਏ, ਅਸੀਂ ਇਹਦੀ ਇੱਕ ਸਿੱਖਿਆ ਲੈਣੀ ਹੈ ਔਰ ਆਪਣੇ ਕੰਮ ਕਰਨ ਦਾ ਤਰੀਕਾ, ਇਕਨੋਮੀ ਨੂੰ ਇਸ ਡਾਇਰੈਕਸ਼ਨ ਵਿੱਚ ਲੈ ਕੇ ਜਾਣਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਸਾਡੀ ਪਹਿਲੀ ਪ੍ਰਾਇੋਰਟੀ ਸਾਡਾ ਇਨਵਾਇਰਨਮੈਂਟ ਹੋਏ। ਸਾਡੀ ਹਰ ਪ੍ਰੋਡਕਟਿਵ ਐਕਸਰਸਾਈਜ਼ ਉਹ ਇਨਵਾਇਰਨਮੈਂਟ ਨੂੰ ਧਿਆਨ 'ਤੇ ਰੱਖ ਕੇ ਹੋਏ ਔਰ ਅਸੀਂ ਇੱਕ ਕੇਵਲ ਸੰਪੰਨ ਹੀ ਨਹੀਂ, ਖੁਸ਼ਹਾਲ ਗ੍ਰੀਨ, ਮੇਰੇ ਖਿਆਲ ਹੈ ਇੱਕ ਗ੍ਰੀਨ ਰਿਵੋਲੂਸ਼ਨ ਜਿਹੜਾ ਇਨਵਾਇਰਨਮੈਂਟਲੀ ਡਰਿਵਨ ਹੋਏ, ਉਹਦੀ ਜ਼ਰੂਰਤ ਹੈ। ਉਸ ਪਾਸੇ ਕੰਮ ਕਰਨ ਦੀ ਜ਼ਰੂਰਤ ਹੈ। ਕੀ ਹੋ ਸਕਦਾ ਉਸ ਪਾਸੇ ਕੰਮ? ਤੁਸੀਂ ਕੀ ਸੋਚਦੇ ਹੋ? ਕੁਛ ਚੀਜ਼ਾਂ ਨੇ ਜਿਹੜੀਆਂ ਆਪਾਂ ਅਡਾਪਟ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਸਾਨੂੰ ਇਮੈਜਿਨ ਕਰਨਾ ਪਏਗਾ ਕਿ ਹੁਣ ਸਾਡੀ ਐਗਰੀਕਲਚਰ ਸੈਕਟਰ, ਆਪਾਂ ਜਿੱਥੇ ਜਿੱਥੇ ਜੋ ਵੀ ਕਰ ਰਹੇ ਹਾਂ ਉਹ ਇਨਵਾਇਰਨਮੈਂਟਲੀ ਸਸਟੇਨੇਬਲ ਹੈ ਕਿ ਨਹੀਂ। ਭਾਵੇਂ ਉਹ ਪੈਡੀ ਗਰੋ ਕਰ ਰਹੇ ਹਾਂ ਤਾਂ ਉਹ ਵਾਟਰ ਲਈ ਸਸਟੇਨੇਬਲ ਹੈ, ਜਾਂ ਭਾਵੇਂ ਆਪਾਂ ਵੀਟ ਦੀ ਪ੍ਰੋਡਕਸ਼ਨ ਕਰ ਰਹੇ ਹਾਂ, ਭਾਵੇਂ ਆਪਾਂ ਪ੍ਰੋਡਕਸ਼ਨ ਕਰ ਰਹੇ ਹਾਂ ਖਾਲੀ ਸਰਕਾਰ ਨੂੰ ਵੇਚਣ ਲਈ, ਇਹ ਇਨਵਾਇਰਨਮੈਂਟਲੀ ਇਕਨੋਮਿਕਲੀ ਸਸਟੇਨੇਬਲ ਨਹੀਂ ਹੈ। ਅਗਰ ਇਹ ਗੱਲ ਸਾਡੇ ਰਿਲੇਸ਼ਨ ਵਿੱਚ ਆ ਗਈ ਤਾਂ ਸਾਨੂੰ ਹਰ ਪ੍ਰੋਡਕਸ਼ਨ ਨੂੰ ਇੱਕ ਰੀਸਾਈਜ਼ ਕਰਨਾ ਪਏਗਾ, ਮਾਰਕੀਟ ਡਿਮਾਂਡ ਨਾਲ ਲਿੰਕ ਕਰਨਾ ਪਏਗਾ। ਅਸੀਂ ਬਹੁਤ ਸਾਲ ਸਰਕਾਰ ਦੇ ਉੱਤੇ, ਉਹਨਾਂ ਦੀ ਬਾਇੰਗ ਦੇ ਉੱਤੇ ਡਿਪੈਂਡ ਨਹੀਂ ਕਰ ਸਕਦੇ। ਸੋ ਅਗਰ ਇਹ ਰਿਲੇਸ਼ਨ ਆ ਗਈ ਕਿ ਸਾਨੂੰ ਇਹ ਰੀਸਾਈਜ਼ ਕਰਨੀ ਹੈ ਪ੍ਰੋਡਕਸ਼ਨ, ਤੇ ਪਹਿਲੇ ਸਾਨੂੰ ਇਹ ਇਮੈਜਿਨ ਕਰਨਾ ਪਏਗਾ ਐਗਜ਼ੈਕਟ ਸਾਈਜ਼ ਹੈ ਕੀ। ਅੱਜ ਰਿਮੋਟ ਸੈਂਸਿੰਗ ਬੇਸਡ, AI ਬੇਸਡ, ਮਸ਼ੀਨ ਲਰਨਿੰਗ ਬੇਸਡ ਇਹੋ ਜਿਹੇ ਟੂਲਸ ਅਵੇਲੇਬਲ ਨੇ ਕਿ ਅਸੀਂ ਇੱਕ ਐਸਾ ਡਾਟਾ ਇਨਫਰਾਸਟ੍ਰਕਚਰ ਬਣਾ ਸਕਦੇ ਹਾਂ ਜਿਹੜਾ ਕਿ ਪੂਰਾ ਕੈਪਚਰ ਕਰੇਗਾ ਲਾਈਵ। ਮੈਨੂੰ ਹਰ 12 ਦਿਨ ਦਾ ਸਾਈਕਲ ਦੇ ਵਿੱਚ ਮੈਨੂੰ ਇਹ ਪਤਾ ਹੋਏਗਾ ਕਿ ਇਸ ਵਕਤ ਪੰਜਾਬ ਵਿੱਚ ਹਰ ਏਕੜ ਦੇ ਉੱਤੇ ਕੀ ਪ੍ਰੋਡਕਸ਼ਨ ਹੋ ਰਹੀ ਹੈ। I think we need to move in that direction so that we have live information about what is happening in agriculture sector. Once we have that infrastructure, that will also lead to many policy decisions. ਅਸੀਂ ਆਪਣਾ ਲੌਜਿਸਟਿਕ ਪਲਾਨ ਕਰ ਸਕਦੇ ਹਾਂ। ਅਸੀਂ ਜੋ ਕ੍ਰੌਪ ਡਾਇਵਰਸੀਫਿਕੇਸ਼ਨ ਕਰਾਂਗੇ ਤੇ ਸਾਡੀ ਰਿਕੁਆਇਰਮੈਂਟ ਹੋਏਗੀ ਵੈਲਿਊ ਐਡਿਡ ਸੈਗਮੈਂਟ ਵਿੱਚ ਜਾਣ ਦੀ। ਜਿਹੜੇ ਵੀ ਵੈਲਿਊ ਐਡਿਡ ਸੈਗਮੈਂਟ ਵਿੱਚ ਆਪਾਂ ਸੋਚਦੇ ਹਾਂ ਉਹਦੀ ਸ਼ੈਲਫ ਲਾਈਫ ਦਾ ਇਸ਼ੂ ਹੈ। ਦੇਖੋ ਵੀਟ ਔਰ ਪੈਡੀ ਦੀ ਸ਼ੈਲਫ ਲਾਈਫ ਦਾ ਇੰਨਾ ਇਸ਼ੂ ਨਹੀਂ ਹੈ, ਲੇਕਿਨ ਆਪਾਂ ਕਿਸੇ ਵੀ ਵਿਚਐਵਰ ਵੈਦਰ ਇਟ ਇਜ਼ ਹਾਰਟੀਕਲਚਰ, ਫਲੋਰੀਕਲਚਰ, ਕਿਹੜੇ ਪਾਸੇ ਵੀ ਆਪਾਂ ਡਾਇਵਰਸੀਫਾਈ ਕਰੀਏ ਤੇ ਉਹਦੀ ਇੱਕ ਸ਼ੈਲਫ ਲਾਈਫ ਦਾ ਇਸ਼ੂ ਹੈ। ਉਹਦੇ ਲਈ ਸਾਨੂੰ
since we will have information, हर 100 किलोमीटर ਤੇ ਆਪਾਂ ਅਗਰ ਅਸੀਂ 에ਅਰ ਕਾਰਗੋ ਦੇ ਪ੍ਰੋਜੈਕਟ ਪਲਾਨ ਕਰੀਏ ਵਿਚ ਆਰ ਇਕਨੋਮਿਕਲੀ ਵਾਇਬਲ, ਜਿੰਨੀ ਅਸੀਂ ਪ੍ਰੋਡਕਸ਼ਨ ਕਰਦੇ ਆ ਉਹਦੇ ਵਿੱਚ ਕੋਈ ਵੀ ਪ੍ਰਾਈਵੇਟ ਪਲੇਅਰ ਵਿਲ ਬੀ ਵੈਰੀ ਹੈਪੀ ਟੂ ਕਮ ਐਂਡ ਇਨਵੈਸਟ, ਬਟ ਸਾਡੇ ਕੋਲ ਇੱਕ ਪਲਾਨ ਹੋਣਾ ਚਾਹੀਦਾ ਹੈ, ਉਹਦੇ ਕੋਲ ਇੱਕ ਡਿਮਾਂਡ ਹੋਣੀ ਚਾਹੀਦੀ ਹੈ. ਸੋ ਇਫ ਵੀ ਸਿੰਕਰੋਨਾਈਜ਼ these two, and similarly so many other things which we can do. Another thing which is very important, it's just coming to my mind, is blue revolution. ਅਸੀਂ ਜਦ ਗ੍ਰੀਨ ਰਿਵੋਲੂਸ਼ਨ ਇਨਵਾਇਰਨਮੈਂਟ ਵਾਲੇ ਪਾਸੇ ਜਾ ਰਹੇ ਆ ਤੇ ਸਾਡੀ ਲੈਂਡ ਹੋਲਡਿੰਗ ਬਹੁਤ ਛੋਟੀਆਂ ਨੇ, ਆਰ ਟੈਕਨੋਲੋਜੀਜ਼ ਅਵੇਲੇਬਲ ਨੇ ਜਿੱਥੇ ਅਸੀਂ ਐਕਸਟੈਂਸਿਵ ਔਰ ਇੰਟੈਂਸਿਵ ਐਕਵਾਕਲਚਰ ਵਾਲੇ ਪਾਸੇ ਵਿਚ ਇਜ਼ ਇੰਡਸਟਰੀਅਲ ਐਕਵਾਕਲਚਰ, ਅਸੀਂ ਐਕਵਾਕਲਚਰ ਪਾਰਕ ਲਗਾ ਸਕਦੇ ਹਾਂ ਪੰਜਾਬ ਦੇ ਅੰਦਰ. ਸੋ ਇਹੋ ਜਿਹੀਆਂ ਬਹੁਤ ਸਾਰੀ ਚੀਜ਼ਾਂ ਸੋਚੀਏ. ਇਹਨੂੰ ਥੋੜਾ ਡਿਫਾਈਨ ਕਰੋ ਕੀ ਹੈ. Traditionally, fish farming in India or many places in globe is done in 4 different ways. One, we go deep sea and do fish mining. Second, we do cage and net based fish farming in the coastal areas. Third, we do pond based, and fourth is we do run of the river fish farming. These are the 4 ways. Now all these are not environmentally sustainable technology. So har saal production घट रही है, environmentally coastal area सारा होता जड़ा है वो pollution हो रहा है. So and this is not for India, for everywhere it has happened like this. So there is a solution. वो solution है, there is a technology called recirculation aqua system. Now this recirculation aqua system ਵਿੱਚ ਤੁਸੀਂ ਇੱਕ factory shed ਦੇ ਅੰਦਰ maybe ਇੱਕ example ਦੇ ਰਹੇ ਖਾਲੀ, ਇੱਕ ਪੌਂਡ ਬੇਸਡ ਜਿਹੜੀ ਫਿਸ਼ ਫਾਰਮਿੰਗ ਹੈ ਉਹਦੇ 'ਚ ਆਪਾਂ 1 ਏਕੜ ਵਿੱਚ 2 ਟਨ ਫਿਸ਼ ਕਰ ਸਕਦੇ ਹਾਂ ਮੈਕਸਿਮਮ. ਲੇਕਿਨ ਜਿਹੜੀ ਟੈਕਨੋਲੋਜੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਅਸੀਂ 40 ਟਨ ਖਾਲੀ 500 ਸਕੁਅਰ ਫੀਟ ਵਿੱਚ ਕਰ ਸਕਦੇ ਹਾਂ. ਐਂਡ ਜਿੰਨੀ ਸਾਡੇ ਕੋਲ ਐਜੂਕੇਟਿਡ ਟੈਕਨੋਲੋਜੀ ਐਬਜ਼ੌਰਪਸ਼ਨ ਦੀ ਕਪੈਸਿਟੀ ਹੈ ਸਿੱਖਾਂ ਦੇ ਅੰਦਰ, ਖਾਸ ਕਰ ਪੰਜਾਬ ਵਿੱਚ ਜਿਹੜੀ ਟੈਕਨੋਲੋਜੀ ਵਿੱਚ ਲੋਕੀ ਇੰਨੀ ਛੇਤੀ ਆਪਣੇ ਆਪ ਨੂੰ ਅਡਾਪਟ ਕਰ ਲੈਂਦੇ ਨੇ, ਉਸ ਨੂੰ ਧਿਆਨ ਰੱਖਦੇ ਹੋਏ industrial aquaculture is a big thing which can happen in Punjab, which is good for the small farmers, and this can add a lot of value. This is one, but this is again one of the activity. So we have to look at crop diversification, we have to look at logistic planning, and then continuously we have to engage with the global agriculture supply chain players in agencies, so that we are in the market, we are clubbed with the market. If we have logistic infrastructure, if we have quality production, then becoming a global hub for organic farming is so easy to achieve. ਇੱਕ ਹੋਰ ਹੈ ਕਿ ਜਿਸ ਤਰ੍ਹਾਂ ਹੁਣ ਇੱਥੇ ਵੀਟ ਪ੍ਰੋਡਕਸ਼ਨ ਹੈ, ਵੀਟ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ. ਕਣਕ ਦੀ ਉਗਾਈ ਤੋਂ ਬਾਅਦ ਉਹਦੀ ਚੁਕਾਈ, ਉਹਦੀ ਖਰੀਦੀ ਹਰ ਵਾਰ ਸਰਕਾਰ ਵਾਸਤੇ ਸਮੱਸਿਆ ਹੁੰਦੀ ਹੈ. ਕਦੇ ਸੈਂਟਰ ਨਾਲ ਰਿਸ਼ਤੇ ਖਾਵੇਂ ਨਹੀਂ ਹੈਗੇ, ਕਦੇ ਇਹ ਪੰਗਾ ਕਦੇ ਉਹ ਪੰਗਾ. ਇਹਦੇ ਵਾਸਤੇ ਤੁਸੀਂ ਕੀ ਸੋਚਦੇ ਹੋ ਵੀ ਇਹ ਜਿਹੜੀ ਵੀਟ ਇੱਥੇ ਪ੍ਰੋਡਿਊਸ ਹੋ ਰਹੀ ਕਿਉਂ ਨਹੀਂ ਇੱਥੇ ਕੰਜ਼ਿਊਮ ਹੁੰਦੀ? ਅਸੀਂ ਨਾ ਇੱਕ ਅਫੀਮ ਲੈ ਕੇ ਬਹਿ ਗਏ. ਸਾਨੂੰ ਇੱਕ ਮੈਂਡੇਟ ਦਿੱਤਾ ਗਿਆ ਕਿ ਇੰਡੀਆ ਦੀ ਫੂਡ ਸਿਕਿਉਰਿਟੀ ਲਈ ਅਸੀਂ ਕੰਮ ਕਰਨਾ. ਆਪਾਂ ਵੀ ਆਰ ਦ ਮੋਸਟ ਪੈਟਰੀਓਟਿਕ ਜਨਰੇਸ਼ਨ ਇਫ ਆਈ ਸੇ. ਸੋ ਜਿਵੇਂ ਸਾਨੂੰ ਇਹ ਜਨੂਨ ਮਿਲ ਗਿਆ, ਇਹ ਮੈਂਡੇਟ ਮਿਲ ਗਿਆ ਕਿ ਤੁਸੀਂ ਇੰਡੀਆ ਦੀ ਫੂਡ ਸਿਕਿਉਰਿਟੀ ਵਾਸਤੇ ਕੰਮ ਕਰਨਾ ਹੈ, ਅਸੀਂ ਲੋਕਾਂ ਨੇ ਆਪਣੀ ਜਿਹੜੀ ਪੂਰਾ ਫੋਕਸ ਹੈ ਉਹ ਚੀਜ਼ਾਂ ਗੁਮਾਉਣ ਤੇ ਲਾਇਆ ਜੋ ਸਰਕਾਰ ਆਪਣੇ ਕੋਲ ਫੂਡ ਸਿਕਿਉਰਿਟੀ ਲਈ ਖਰੀਦ ਕੇ ਰੱਖ ਸਕੇ. ਐਂਡ ਦੈਟ ਇਜ਼ ਵਾਈ all our production, we never were open to any market forces. No farmer in Punjab is allowed to sell even one truckload to outside Punjab. They have to sell compulsorily to the government only. This nexus or this requirement, if I call it, now it has become a nexus, has given a comfort zone to the farmers. तो ਉਹ ਕੀ ਕਰਦੇ ਨੇ, ਜੋ ਵੀ ਬਣਾਉਂਦੇ ਨੇ, ਜਿਹੋ ਜਿਹਾ ਵੀ ਮਾਲ ਬਣਦਾ ਨਾ ਉਹਨਾਂ ਦੀ ਕੁਆਲਿਟੀ ਦੇ ਉੱਤੇ ਕੋਈ ਬਹੁਤ ਜ਼ਿਆਦਾ ਨਿਗਾਹ ਹੈ, ਉਹ ਸਰਕਾਰ ਉਹਨਾਂ ਕੋਲੋਂ ਖਰੀਦ ਲੈਂਦੀ ਹੈ ਔਰ ਉਹ ਉਹਨਾਂ ਦੇ ਗੋਡਾਊਨਾਂ ਵਿੱਚ ਚਲਾ ਜਾਂਦਾ ਹੈ. This has not led Punjab on the quality revolution. ठीक है. So now there is a definite thinking in the government at the central level कि ਹੁਣ ਉਹ PDS ਦੇ ਇਹ ਜਿਹੜਾ ਸਾਰਾ ਸਿਸਟਮ ਹੈ ਇਹਨੂੰ ਸਕ੍ਰੈਪ ਕਰਨਾ ਚਾਹੁੰਦੇ ਨੇ.
they will do away, they are more interested in direct credit to the people instead of giving them food subsidy. और उस सिचुएशन में जिस दिन अचानक गवर्नमेंट ऑफ इंडिया डिसाइड करेगी कि हुण असीं पंजाब चों नहीं खरीदना, वी विल बी एट ए क्रॉस रोड, देयर विल बी नो बायर बिकॉज वी हैव नेवर सप्लाइड टू द मार्केट. आई थिंक इट इज दैट कंडीशन. Few steps which are needed. One, we do not have any mega wheat processing plant. Today the maximum capacity of all the plants is only 200 tons per hour capacity. Whereas in Indonesia, Malaysia, in Indonesia itself there are 10 plants which have got a capacity of 500 ton per hour. So if we know what is coming very soon, and if you have to move towards market forces, and that market forces will also push pressure on quality, all this will happen if we set up 5 to 10 mega wheat processing plant. They are all viable. Only thing needed is, even if there is initially viability gap, so there is so much of money lying with the central government and the state government to support this viability gap, private sector will be very happy to move in. Punjab has all the experience of managing the production and post-production facilities. ਸਾਡੇ ਕੋਲ godown ਵੀ ਹੈਗੇ ਨੇ, so we can support private sector initiative also in whatever way we have to, in an eventuality when government will not be interested to buy. So I think that is what is needed at this moment. ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਇੱਕ ਤਾਂ ਸਾਨੂੰ ਪਤਾ ਹੋਵੇ ਕਿ ਪੰਜਾਬ ਦੇ ਵਿੱਚ ਕੀ ਬੋਇਆ ਜਾ ਰਿਹਾ, ਪੈਦਾ ਹੋ ਰਿਹਾ, ਕਿੱਥੇ ਕਿੱਥੇ ਕੀ ਕੀ ਚੀਜ਼ ਤਿਆਰ ਹੈ, ਤਾਂ ਕਿ ਅਸੀਂ ਉਹਨੂੰ ਬਾਹਰ ਵੇਚ ਸਕੀਏ. ਫਿਰ ਅਸੀਂ ਉਹਦੇ ਵਾਸਤੇ ਸਾਡੇ ਕੋਲ 에ਅਰ ਕਾਰਗੋ ਹੋਣਾ ਚਾਹੀਦਾ ਹੈ. ਤੇ ਹੁਣ ਸਾਡੇ ਕੋਲ ਇਹਦੇ ਵਾਸਤੇ ਜੇ ਵੀਟ ਦੀ ਪ੍ਰੋਡਕਸ਼ਨ ਨੂੰ ਸਾਂਭਣ ਵਾਸਤੇ ਸਾਡੇ ਕੋਲੇ ਵੀਟ ਪਲਾਂਟਸ, ਮੈਗਾ ਪਲਾਂਟਸ ਹੋਣੇ ਚਾਹੀਦੇ ਨੇ. ਇਹਦੇ ਨਾਲ ਸਾਡੀ ਕੁਆਲਿਟੀ ਵੀ ਇਨਸ਼ੋਰ ਹੋਏਗੀ. ਨੈਚੁਰਲੀ ਵੈਨ ਵੀ ਆਰ ਲਿੰਕਡ ਵਿਦ ਦ ਮਾਰਕੀਟ ਫੋਰਸਸ, ਹਲੇ ਤੇ ਗਵਰਨਮੈਂਟ ਨੂੰ ਆਪਾਂ ਸਪਲਾਈ ਕਰ ਰਹੇ ਹਾਂ ਨਾ, ਇੱਥੇ ਤਾਂ ਆਪਾਂ ਰਿਸ਼ਵਤ ਦੇ ਕੇ ਵੀ ਮਾਲ, ਕੋਈ ਵੀ ਮਾਲ ਸਰਕਾਰ ਨੂੰ ਵੇਚ ਦਿਓ, ਲੇਕਿਨ ਪ੍ਰਾਈਵੇਟ ਸੈਕਟਰ ਤੇ ਖਰੀਦੇਗਾ ਨਹੀਂ. ਸੋ ਦੈਟ ਵਿਲ ਲੀਡ ਟੂ ਅ ਕੁਆਲਿਟੀ ਮੂਵਮੈਂਟ, ਐਂਡ ਦੈਟ ਇਜ਼ ਵਾਟ ਇਜ਼ ਨੀਡਡ. ਹੁਣ ਤੁਸੀਂ ਰਿਸ਼ਵਤ ਦੀ ਗੱਲ ਕੀਤੀ ਹੈ, ਪੰਜਾਬ ਦੇ ਵਿੱਚ ਕੀ ਰਿਫਾਰਮ ਇਹੋ ਜਿਹੇ ਹੋਣੇ ਚਾਹੀਦੇ ਗਵਰਨੈਂਸ ਲੈਵਲ ਤੇ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਸਹੀ ਢੰਗ ਨਾਲ ਰਿਵਾਈਵ ਹੋਵੇ? ਕੀ ਸਾਨੂੰ ਇੰਨੇ ਪੋਲੀਟੀਸ਼ੀਅਨਸ ਦੀ ਲੋੜ ਹੈ? ਕੀ ਸਾਨੂੰ ਜਿਹੜੇ ਸਾਡੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਰਿਫਾਰਮ ਕਰ ਸਕਦੇ ਹਾਂ ਕਿ ਜਿਹੜਾ ਇਨਵੈਸਟਰ ਹੈ ਉਹਦੇ ਵਾਸਤੇ ਇਹੋ ਜਿਹਾ ਕੋਈ ਫ੍ਰੈਂਡਲੀ ਐਟਮੋਸਫੇਅਰ ਪੈਦਾ ਹੋਵੇ ਕਿ ਉਹ ਮੋਰ ਕੀਨ ਹੋਵੇ ਪੰਜਾਬ ਵਿੱਚ ਇਨਵੈਸਟ ਕਰਨ? ਐਕਚੁਅਲੀ ਆਈ ਥਿੰਕ ਸਾਡਾ ਜਿਹੜਾ ਪੂਰਾ ਪੋਲੀਟੀਕਲ ਸਟਰਕਚਰ ਹੈ ਨਾ, ਉਹਦੇ ਵਿੱਚ ਜੋ ਪੋਲੀਟਿਕਸ ਵਿੱਚ ਲੋਕੀ ਨੇ ਉਹਨਾਂ ਦਾ ਐਕਸਪੋਜ਼ਰ, ਉਹਨਾਂ ਦੀ ਕੈਪੈਸਿਟੀ ਬਿਲਡਿੰਗ is not there because they are totally focused on how to get votes. The problem which comes is when an investor, I'm talking about big investor, wants to come here, you see why everybody should go and meet CM. If you have an industry minister, he should be so capable that any investor which is coming is able to talk to him, and that man should have a capacity to understand the requirement. So what is happening today is that all this load, मैं तो इंटरफेयर कर रहे हैं, don't we need a person who has full knowledge of the department I was coming to that, which he belongs? I was coming to that. So since there is this whole structure is like that, we have to rethink, we have to reimagine Punjab and see how the core economic decisions are taken by people who are extremely competent. And they cannot be from bureaucracy because bureaucracy has a different set of experience and knowledge. Economy cannot be administered. वो पुराने ज़माने चले गए लाइसेंस वाले सीगे जिधे विच अपना administer करते सीगे. Economy has to work on the principles of that particular sector, business principles. And for that only a business community understands how it works. So my suggestion is, whether it is industry, whether it is health sector, whether it is education or it is agriculture sector, you don't need ministers. You have to institutionalize. And the way, if I give you a classical example, we elect a judge which comes from the fraternity. Similar structure which comes from the industry and trade. And then we have people at the highest level. I can give you a classical example of Taiwan.
In Taiwan, there is a structure where only a proven capability industrialist or trader comes at the top to head to become the director of industries, and he is given budget by the government. He has his own revenue streams coming, which runs into billions of dollars, and then he decides how the industry has to be facilitated. Anybody coming and meeting that person of stature has a different, they understand global business language, and that is how Taiwan and Punjab have the similar capabilities. Taiwan was very good in adopting technologies. We are very good in adopting technologies. The problem is our communication, either with the minister or the bureaucrats, is not helping the cause. There is no dearth of well-meaning statements, but well-meaning statements are not good enough. We have to do business, and that's not happening. ਜਿੱਦਾਂ ਹੁਣ ਪੰਜਾਬ ਸਰਕਾਰ ਨੇ ਕੁਝ ਕਮੇਟੀ ਵੀ ਬਣਾਈ ਹੈ ਤੇ ਮਿਸਟਰ ਆਲੂਵਾਲੀਆ ਤੇ ਆਪਣੇ ਐਕਸ-ਪੀਐਮ ਮਨਮੋਹਨ ਸਿੰਘ ਜੀ ਨੂੰ ਉਸ ਕਮੇਟੀ ਚ ਲਾਇਆ. Do you think it is going to help Punjab? You see, the way I understand, we know all the issues. Bureaucracy in Punjab knows all the issues, and there have been n number of reports. 90% of those reports, 80% part or 90% part of that report covers an analysis of the various factors, and only 10% talks about the solution. Okay, and those solutions are also which they hear and which are represented by the industry, whatever industry says. Actually, this doesn't really lead to any solution. I remember there was, even in 2002, there was a similar high-powered committee. Its report was taken, and there was so much money invested by government of Punjab, but nothing was implemented. So my concern is not about the quality of report which will come. The concern is how people sitting in Delhi, such high-powered people, I'm giving you another, I'm just sidetracking right now to raise another issue which is important. Is now for decision making, for writing beautiful reports, if you ask the government how much of money they are spending to pay to Ernst & Young or KPMG or all these global knowledge consulting firms, what is their job? There also there is nobody experienced from the grassroots. They are only good presenter of the data which they collect from the market. They have no wisdom, no knowledge of the grassroots. So what is happening is all our policies, even our industrial policy, was drafted by KPMG. Even this this lockdown opening strategy policy, again we had a KPMG consultant involved to draft the policy. So these draftings, these reports really are not coming from the wisdom of experience. They're coming more from copying the best practices happening somewhere. My concern is there's going to be a beautiful report. It will have a whole lot of data, but ultimately whether we can reimagine Punjab based on such a report, my experience of all earlier reports does not give me that kind of a confidence. What concluding suggestions do you want to give to Punjab government now? I think their focus has to be agriculture, because the world is moving, there is going to be a recession. So there is going to be a recession, and maximum demand which will generate will be for the essential items. And we have the biggest capacity to provide that essential, and the food is the biggest essential item. We have to move towards quality. We have to move. And then the second, we have got 3-4 things which are very important. Our entrepreneurship, which is so sacrosanct. We are the most courageous entrepreneurs spread all across the world. So we already have a global network. We need to leverage that. That's one. Secondly, whole lot of people who studied in Punjab Agriculture University are great scientists abroad.
I think we have to network with them and take advantage of their experience. So bring the knowledge of Punjabis sitting anywhere in the world, bring that here, take advantage of that, trust your local entrepreneurs, make Punjab so attractive that we engineer reverse migration. People sitting outside, they should think Punjab to vadiya koi jagah nahi, and we can do that. We need to move towards technology intervention in every field, and that's the way forward.